ਭਾਈ ਗੁਰਦਾਸ ਜੀ। ਭਾਈ ਗੁਰਦਾਸ ਜੀ ਦਾ ਸੰਖੇਪ ਜੀਵਨ ਬਿਉਰਾ ਇਸ ਪ੍ਰਕਾਰ ਹੈ। ਆਪ ਜੀ ਦੇ ਜਨਮ ਦੀ ਕੋਈ ਪੱਕੀ ਤਰੀਕ ਪੁਰਾਤਨ ਲਿਖਤਾਂ ਵਿੱਚ ਨਹੀਂ ਮਿਲਦੀ। ਅੰਦਾਜ਼ਨ ਇਤਿਹਾਸਕਾਰ ਇਸ ਤਰ੍ਹਾਂ ਲਾਉਂਦੇ ਹਨ ਕਿ ਸੰਮਤ 1590 ਤੋਂ ਲੈ ਕੇ 1610 ਦੇ ਦਰਮਿਆਨ ਆਪ ਜੀ ਦਾ ਆਗਮਨ ਹੋਇਆ ਜਾਪਦਾ ਹੈ। ਪਿਤਾ ਜੀ ਦਾ ਨਾਂ ਦਾਤਾਰ ਚੰਦ ਜੀ ਸੀ, ਮਾਤਾ ਜੀ ਦਾ ਨਾਂ ਜੀਵਨੀ ਸੀ। ਗੁਰੂ ਅੰਗਦ ਦੇਵ ਜੀ ਜਦੋਂ 1552 ਈਸਵੀ ਵਿੱਚ ਜੋਤੀ ਜੋਤ ਸਮਾਏ, ਸ੍ਰੀ ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੇ ਹੁਕਮ ਅਨੁਸਾਰ ਆਪਣੇ ਨਿੱਜੀ ਪਰਿਵਾਰ ਤੇ ਭਰਾ ਭਤੀਜਿਆਂ ਸਮੇਤ ਬਾਸਰਕੇ ਤੋਂ ਗੋਇੰਦਵਾਲ ਆ ਗਏ। ਭਾਈ ਗੁਰਦਾਸ ਜੀ ਦਾ ਜਨਮ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਪਰਿਵਾਰ ਵਿੱਚ ਹੋਇਆ। ਆਪ ਜੀ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਦੇ ਭਤੀਜੇ ਸਨ। ਆਪ ਜੀ ਸੰਮਤ 1694 ਭਾਦੋਂ ਸੁਦੀ 8ਵੀਂ ਨੂੰ ਗੋਇੰਦਵਾਲ ਸਾਹਿਬ ਵਿਖੇ ਆਪਣਾ ਪੰਜ ਭੂਤਕ ਸਰੀਰ ਤਿਆਗ ਕੇ ਸੱਚਖੰਡ ਜਾ ਬਰਾਜੇ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਗੁਰਮੁਖ ਪਿਆਰੇ ਭਾਈ ਗੁਰਦਾਸ ਜੀ ਦਾ ਅੰਤਮ ਸੰਸਕਾਰ ਆਪਣੇ ਹੱਥੀਂ ਕੀਤਾ। ਗੋਇੰਦਵਾਲ ਸਾਹਿਬ ਵਿਖੇ ਭਾਈ ਸਾਹਿਬ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਵੀ ਸਥਿਤ ਹੈ। ਭਾਈ ਗੁਰਦਾਸ ਜੀ ਦੀ ਪਾਵਨ ਰਚਨਾ ਕਵਿਤ ਸਵਈਏ ਅਤੇ ਵਾਰਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਆਖ ਕੇ ਸਨਮਾਨਿਆ ਜਾਂਦਾ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪਾਦਨ ਸਮੇਂ ਪੰਜਵੇਂ ਗੁਰਦੇਵ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਜੀ ਪਾਸੋਂ ਲਿਖਾਰੀ ਦੀ ਸੇਵਾ ਲੈਣਾ ਕੀਤੀ। ਪੰਚਮ ਪਾਤਸ਼ਾਹ ਆਪਣੇ ਮੁਖਾਰਬਿੰਦ ਤੋਂ ਬਾਣੀ ਉਚਾਰਦੇ ਅਤੇ ਭਾਈ ਗੁਰਦਾਸ ਜੀ ਨਾਲੋਂ ਨਾਲ ਲਿਖਦੇ। ਸੂਰਜ ਪ੍ਰਕਾਸ਼ ਵਿੱਚ ਭਾਈ ਗੁਰਦਾਸ ਜੀ ਦੇ ਸੰਬੰਧ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪਾਵਨ ਬਚਨ ਇਸ ਤਰ੍ਹਾਂ ਅੰਕਿਤ ਹੈ ਕਿ ਸ੍ਰੀ ਗੁਰੂ ਹਰਗੋਬਿੰਦ ਚੰਦ ਅਲਾਇਓ, ਧੰਨ ਜਨਮ ਤੁਮਰੋ ਜਗ ਆਇਓ, ਮੈਂ ਮੰਡਲ ਮੈਂ ਜਸ ਵਿਸਥਾਰਾ, ਪਾਏ ਪਰਮਗਤ ਪੰਥ ਪਧਾਰਾ, ਚਿਰੰਕਾਲ ਤੇਰੋ ਰਹਿ ਨਾਮੂ, ਜਾਨ ਗੁਰੂ ਪੰਥ ਭਰ ਰਾਮੂ। ਉੱਚ ਕੋਟੀ ਦੇ ਵਿਦਵਾਨ, ਗੁਰਮਤਿ ਦੇ ਸ਼੍ਰੋਮਣੀ ਵਿਆਖਿਆਕਾਰ, ਉੱਚ ਦਰਜੇ ਦੇ ਕਵੀ, ਗੁਰੂ ਘਰ ਦੇ ਸੱਚੇ ਸੁੱਚੇ ਸੁਹਿਰਦ ਪ੍ਰੇਮੀ ਅਤੇ ਗੁਰਮਤਿ ਆਸ਼ੇ ਦੇ ਨਿਧੜਕ ਪ੍ਰਚਾਰਕ, ਗੁਰਮਤਿ ਵਿਚਾਰਧਾਰਾ ਨੂੰ ਤੁਲਨਾਤਮਕ ਢੰਗ ਨਾਲ ਨਿਖਾਰ ਕੇ ਸਪਸ਼ਟੀਕਰਨ ਦੇਣ ਦੀ ਸੇਵਾ ਕਰਨ ਵਾਲੇ ਭਾਈ ਗੁਰਦਾਸ ਜੀ ਦਾ ਜਨਮ ਸੰਮਤ 1590 ਤੋਂ 1610 ਬਿਕਰਮੀ ਦੇ ਵਿਚਕਾਰ ਗੋਇੰਦਵਾਲ ਸਾਹਿਬ ਦੇ ਪਾਵਨ ਤੀਰਥ ਅਸਥਾਨ ਤੇ ਹੋਇਆ ਜਾਪਦਾ ਹੈ। ਆਪ ਜੀ ਦੇ ਪਿਤਾ ਦਾਤਾਰ ਚੰਦ ਜੀ, ਮਾਤਾ ਜੀਵਨੀ ਜੀ ਸਨ। ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਆਪ ਭਤੀਜੇ ਸਨ। ਇਵੇਂ ਦੁਨੀਆ ਵਿੱਚ ਪ੍ਰਗਟ ਹੋਣ ਵਾਲੀਆਂ ਉੱਚ ਹਸਤੀਆਂ ਵਿੱਚੋਂ ਇੱਕ ਅਨੂਪਮ ਪ੍ਰਕਾਸ਼ਮਈ ਹਸਤੀ ਦਾ ਜਨਮ ਹੋਇਆ। ਆਪ ਜੀ ਦੇ ਜੀਵਨ ਵਿੱਚੋਂ ਬਚਪਨ, ਕੁਮਾਰ, ਕਿਸ਼ੋਰ ਅਵਸਥਾ ਦੇ ਹਾਲਾਤ ਪੂਰੀ ਤਰ੍ਹਾਂ ਸਪਸ਼ਟ ਰੂਪ ਵਿੱਚ ਨਹੀਂ ਮਿਲਦੇ। ਆਪ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਵਨ ਦਰਬਾਰ ਦੇ ਸਤਸੰਗ ਮੰਡਲ ਦੇ ਪ੍ਰਭਾਵ ਵਿੱਚ ਹੀ ਪ੍ਰਫੁੱਲਤ ਹੋਏ। ਭਾਈ ਸਾਹਿਬ ਜੀ ਦੀ ਪਾਲਣਾ ਪੋਸ਼ਣਾ ਅਤੇ ਵਿੱਦਿਆ ਪ੍ਰਾਪਤੀ ਗੋਇੰਦਵਾਲ ਸਾਹਿਬ ਵਿਖੇ ਹੀ ਸੰਪੂਰਨ ਹੋਈ। ਗੁਰਮੁਖੀ, ਹਿੰਦੀ, ਸੰਸਕ੍ਰਿਤ, ਫਾਰਸੀ ਅਤੇ ਬ੍ਰਿਜ ਭਾਸ਼ਾ ਦਾ ਸੰਪੂਰਨ ਗਿਆਨ ਅਤੇ ਸ਼ਾਸਤਰਾਂ, ਉਪਨਿਸ਼ਦਾਂ, ਪੁਰਾਣਾਂ ਅਤੇ ਕੁਰਾਨ ਮਜੀਦ ਆਦਿ ਦੀ ਵਾਕਫੀਅਤ ਵੀ ਆਪ ਜੀ ਨੇ ਇੱਥੇ ਹੀ ਪ੍ਰਾਪਤ ਕੀਤੀ। ਗੁਰੂ ਜੀ ਦੇ ਸੱਚੇ ਸਤਸੰਗ ਨਾਲ ਰੂਹਾਨੀ ਨਾਮ ਰੰਗ ਦੀ ਦਾਤ ਵੀ ਪ੍ਰਾਪਤ ਹੋਈ। ਇਵੇਂ ਆਪ ਜੀ ਨੂੰ ਹਰ ਪੱਖੋਂ ਨਿਪੁੰਨਤਾ ਮਿਲੀ। ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਪਿੱਛੋਂ ਆਪ ਜੀ ਗੁਰੂ ਰਾਮਦਾਸ ਜੀ ਦੀ ਚਰਨ ਸ਼ਰਨ ਵਿੱਚ ਹਾਜ਼ਰ ਹੋਏ। ਗੁਰੂ ਸਾਹਿਬ ਜੀ ਦੀ ਚਰਨ ਛੋਹ ਨਾਲ ਪ੍ਰੇਮਾ ਭਗਤੀ ਦੀ ਰੰਗਣ ਪਹਿਲਾਂ ਨਾਲੋਂ ਵੀ ਦੂਣ ਸਵਾਈ ਵੱਧ ਗਈ। ਗੁਰੂ ਕਿਰਪਾ ਨਾਲ ਆਪ ਗੁਰਮੁਖ ਪਦ ਨੂੰ ਅਪੜੇ ਅਤੇ ਗੁਰੂ ਰਾਮਦਾਸ ਜੀ ਦੇ ਹੁਕਮ ਅਨੁਸਾਰ ਗੁਰਸਿੱਖੀ ਦੇ ਪ੍ਰਚਾਰ ਹਿੱਤ ਆਗਰੇ ਵੱਲ ਪਧਾਰ ਗਏ। ਭਾਈ ਸਾਹਿਬ ਜੀ ਨੇ ਆਗਰੇ ਨੂੰ ਕੇਂਦਰ ਬਣਾ ਕੇ 4 ਕੁੰਟਾਂ ਵਿੱਚ ਸੱਚ ਧਰਮ ਦਾ ਪ੍ਰਚਾਰ ਕੀਤਾ। ਦੂਰ ਦੂਰ ਨਗਰਾਂ ਵਿੱਚ ਧਰਮਸ਼ਾਲਾਵਾਂ ਕਾਇਮ ਕਰਵਾਈਆਂ। ਲਗਭਗ 4 ਵਰ੍ਹੇ ਭਾਈ ਸਾਹਿਬ ਆਗਰੇ ਦੇ ਨੇੜੇ ਤੇੜੇ ਗੁਰਸਿੱਖੀ ਦਾ ਪ੍ਰਚਾਰ ਕਰਦੇ ਰਹੇ। ਗੁਰੂ ਰਾਮਦਾਸ ਜੀ ਨੇ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੂੰ ਗੁਰਤਾ ਗੱਦੀ ਸੌਂਪੀ। ਪਿਰਥੀ ਚੰਦ ਗੁਰੂ ਅਰਜਨ ਪਾਤਸ਼ਾਹ ਜੀ ਦਾ ਵੱਡਾ ਭਰਾ ਇਸ ਗੱਲ ਤੇ ਬਹੁਤ ਨਾਰਾਜ਼ ਹੋਇਆ, ਪਰ ਉਹ ਇਹ ਨਹੀਂ ਸੀ ਜਾਣਦਾ ਕਿ ਤਖਤ ਬਹਿ ਤਖਤੈ ਕੀ ਲਾਇਕ। ਭਾਈ ਗੁਰਦਾਸ ਜੀ ਅੰਦਰ ਵੀ ਸਤਿਗੁਰੂ ਜੀ ਦੇ ਦਰਸ਼ਨਾਂ ਦੀ ਤਾਂਘ ਉਗਮੀ ਅਤੇ ਸਾਧ ਸੰਗਤ ਦਾ ਜਥਾ ਦਰਿਆ ਬਿਆਸ ਪਾਸ ਪੁੱਜਿਆ। ਦਰਿਆ ਠਾਠਾਂ ਮਾਰ ਰਿਹਾ ਸੀ। ਬੇੜੀ ਵੀ ਉਛਲਦੀਆਂ ਲਹਿਰਾਂ ਵਿੱਚ ਆਰ ਪਾਰ ਨਹੀਂ ਸੀ ਲੰਘ ਸਕਦੀ। ਸਤਿਗੁਰੂ ਜੀ ਦੇ ਦਰਸ਼ਨਾਂ ਦੀਆਂ ਪਿਆਸੀਆਂ ਸੰਗਤਾਂ ਨੇ ਭਾਈ ਸਾਹਿਬ ਨੂੰ ਬਿਨਵ ਕੀਤੀ ਕਿ ਭਾਈ ਸਾਹਿਬ ਜੀ ਕੋਈ ਉਪਰਾਲਾ ਕਰੋ ਤਾਂ ਜੋ ਸਾਰੀ ਸੰਗਤ ਸਹੀ ਸਲਾਮਤ ਸਤਿਗੁਰੂ ਜੀ ਦੇ ਪਾਵਨ ਦਰਬਾਰ ਵਿੱਚ ਪੁੱਜ ਕੇ ਗੁਰਦੇਵ ਜੀ ਦੇ ਦਰਸ਼ਨ ਪਰਸ ਕੇ ਮਨ ਦੀ ਤੜਪ ਮਿਟਾਵੇ।
ਕੋਈ ਵਿਧ ਨਾ ਬਣਦੀ ਵੇਖ ਕੇ ਭਾਈ ਗੁਰਦਾਸ ਜੀ ਨੇ ਸ਼ਰਧਾ ਪਿਆਰ ਨਾਲ ਇੱਕ ਮਨ ਹੋ ਕੇ ਸਾਧ ਸੰਗਤ ਸਹਿਤ ਸਤਿਗੁਰੂ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਕੀਤੀ ਤੇ ਪੰਕਤੀਆਂ ਪੜ੍ਹਦੇ ਕਿ ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ। ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਹੇ ਨਾ ਸਾਕੈ ਜਲ। ਸੰਗਤਾਂ ਸਮੇਤ ਦਰਿਆ ਵਿੱਚ ਠਿੱਲ ਪਏ। ਗੁਰੂ ਦੀ ਮਿਹਰ ਨਾਲ ਦਰਿਆ ਜਿਹੜਾ ਪਹਿਲਾਂ ਉਛਲ ਉਛਲ ਵਗਦਾ ਸੀ ਇੱਕਦਮ ਘਟ ਗਿਆ। ਮਸਾਂ ਸਾਧ ਸੰਗਤ ਦੇ ਗੋਡਿਆਂ ਤੱਕ ਰਹਿ ਗਿਆ। ਸਾਰੀ ਸੰਗਤ ਅਤੇ ਭਾਈ ਗੁਰਦਾਸ ਜੀ ਗੁਰੂ ਸਾਹਿਬ ਦੀ ਕਿਰਪਾ ਨਾਲ ਦਰਿਆ ਪਾਰ ਕਰ ਗਏ। ਗੋਇੰਦਵਾਲ ਸਾਹਿਬ ਪੁੱਜੇ, ਪਰ ਪੰਜਮ ਪਾਤਸ਼ਾਹ ਜੀ ਗੁਰਤਾ ਗੱਦੀ ਪ੍ਰਾਪਤ ਹੋਣ ਉਪਰੰਤ ਕੁਝ ਸਮਾਂ ਗੋਇੰਦਵਾਲ ਸਾਹਿਬ ਠਹਿਰੇ ਸਨ। ਪਿੱਛੋਂ ਅੰਮ੍ਰਿਤਸਰ ਸਾਹਿਬ ਵਿੱਚ ਜਾ ਬਰਾਜੇ। ਸਭ ਸੰਗਤਾਂ ਭਾਈ ਗੁਰਦਾਸ ਜੀ ਨਾਲ ਪੰਚਮ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਵਿੱਚ ਅੰਮ੍ਰਿਤਸਰ ਪੁੱਜ ਗਈਆਂ। ਸਭਨਾਂ ਨੇ ਨਮਸਕਾਰਾਂ ਕੀਤੀਆਂ। ਦਰਸ਼ਨਾਂ ਦੀ ਸੱਧਰ ਪੂਰੀ ਹੋਈ। ਚਿਰੇ ਵਿਛੁੰਨੇ ਸੱਚੇ ਸਤਿਗੁਰੂ ਜੀ ਦੇ ਪ੍ਰਤੱਖ ਦਰਸ਼ਨ ਨਸੀਬ ਹੋਏ। ਹਿਰਦਿਆਂ ਅੰਦਰੋਂ ਤੜਪ ਮਿਟੀ, ਠੰਡ ਵਾਪਰੀ। ਭਾਈ ਗੁਰਦਾਸ ਜੀ ਨੇ ਪ੍ਰਿਥੀ ਚੰਦ ਦੇ ਭੈੜੇ ਵਰਤਾਓ ਦੀ ਪੂਰੀ ਘੋਖ ਕੀਤੀ ਕਿ ਮਾਜਰਾ ਕੀ ਹੈ। ਸੰਗਤਾਂ ਨਾਲ ਇਸ ਹੋ ਰਹੀ ਵਧੀਕੀ ਬਾਬਤ ਵਿਚਾਰ ਵਟਾਂਦਰੇ ਕੀਤੇ। ਆਪ ਨੇ ਪ੍ਰਿਥੀ ਚੰਦ ਨੂੰ ਸਮਝਾਉਣ ਦਾ ਵੀ ਯਤਨ ਕੀਤਾ, ਪਰ ਪ੍ਰਿਥੀਏ ਨੇ ਆਪਣੀ ਨੀਅਤ ਰਾਸ ਨਾ ਕੀਤੀ। ਅੰਤ ਭਾਈ ਗੁਰਦਾਸ ਜੀ ਇਹ ਨਾ ਸਹਾਰ ਸਕੇ ਕਿ ਸਿੱਖ ਸੰਗਤਾਂ ਨੂੰ ਪ੍ਰਿਥੀ ਚੰਦ ਦੀਆਂ ਚਲਾਕੀਆਂ ਕਾਰਨ ਗੁੰਮਰਾਹ ਹੋਣਾ ਪਵੇ ਅਤੇ ਸੰਗਤਾਂ ਅਤ੍ਰਿਪਤ ਅਤੇ ਅਸ਼ਾਂਤ ਹੀ ਘਰਾਂ ਨੂੰ ਮੁੜ ਜਾਣ। ਸੰਗਤਾਂ ਦੀ ਇਹ ਪੀੜਾ ਸਹਾਰਨ ਯੋਗ ਨਹੀਂ ਸੀ, ਪਰ ਪੰਚਮ ਪਾਤਸ਼ਾਹ ਜੀ ਬਿਲਕੁਲ ਸ਼ਾਂਤ ਚਿੱਤ ਹੁਕਮ ਰਜ਼ਾ ਵਿੱਚ ਅਡੋਲ ਸਨ। ਭਾਈ ਗੁਰਦਾਸ ਜੀ ਬਾਬਾ ਬੁੱਢਾ ਜੀ ਪਾਸ ਪੁੱਜੇ। ਉਹਨਾਂ ਨੇ ਪ੍ਰਿਥੀ ਚੰਦ ਦੀਆਂ ਕੁਚਾਲਾਂ ਤੋਂ ਉਹਨਾਂ ਨਾਲ ਵੀ ਵਿਚਾਰ ਕੀਤਾ। ਬਾਬਾ ਬੁੱਢਾ ਜੀ, ਭਾਈ ਸਾਲੋ ਜੀ, ਭਾਈ ਜੇਠਾ ਜੀ, ਭਾਈ ਪੈੜਾ ਆਦਿਕ ਅਨੇਕਾਂ ਸਿੱਖ ਇਕੱਤਰ ਹੋਏ। ਗੁਰਮਤਾ ਕਰਕੇ ਅੰਮ੍ਰਿਤਸਰ ਸਾਹਿਬ ਵੱਲੋਂ ਬਾਹਰ ਆਉਂਦੀਆਂ ਸੜਕਾਂ ਤੇ ਡੇਰੇ ਲਾ ਲਏ। ਅੰਮ੍ਰਿਤਸਰ ਸਾਹਿਬ ਨੂੰ ਬਾਹਰ ਵੱਲੋਂ ਆਉਂਦੀਆਂ ਸਾਰੀਆਂ ਸੜਕਾਂ ਤੇ ਡੇਰੇ ਲਾ ਕੇ ਬੈਠ ਗਏ। ਸੰਗਤਾਂ ਨੂੰ ਸਪਸ਼ਟ ਕੀਤਾ ਕਿ ਗੁਰੂ ਅਰਜਨ ਦੇਵ ਜੀ ਹੀ ਪੂਰਨ ਗੁਰੂ ਹਨ। ਗੁਰਤਾ ਗੱਦੀ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਨੇ ਧੰਨ ਗੁਰੂ ਅਰਜਨ ਦੇਵ ਜੀ ਨੂੰ ਬਖਸ਼ਿਸ਼ ਕੀਤੀ ਹੈ, ਪ੍ਰਿਥੀ ਚੰਦ ਨੂੰ ਨਹੀਂ। ਇਵੇਂ ਅਨਿਨ ਨਿਕਟ ਵਰਤੀ ਗੁਰਸਿੱਖਾਂ ਦੇ ਉਦਮ ਨਾਲ ਪ੍ਰਿਥੀ ਚੰਦ ਦੀਆਂ ਕੁਚਾਲਾਂ ਤੇ ਪਾਣੀ ਫਿਰ ਗਿਆ। ਦੂਰ ਦੇਸ਼ਾਂ ਤੱਕ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਆਪਣੇ ਦਸਤਖਤ ਕਰਕੇ ਸੰਗਤਾਂ ਨੂੰ ਪੱਤਰਕਾਵਾਂ ਭੇਜੀਆਂ ਕਿ ਸਾਧ ਸੰਗਤ ਜੀ, ਗੁਰੂ ਅਰਜਨ ਦੇਵ ਜੀ ਹੀ ਗੁਰੂ ਹਨ, ਪ੍ਰਿਥੀ ਚੰਦ ਨਹੀਂ। ਮੁੜ ਕੇ ਗੁਰੂ ਦਰਬਾਰ ਅਤੇ ਗੁਰੂ ਸਾਹਿਬ ਜੀ ਦੇ ਲੰਗਰ ਵਿੱਚ ਸਾਧ ਸੰਗਤ ਦੀ ਰੌਣਕ ਪਹਿਲਾਂ ਵਾਂਗੂ ਹੋ ਗਈ। ਇਵੇਂ ਗੁਰੂ ਘਰ ਵਿੱਚ ਪ੍ਰਿਥੀ ਚੰਦ ਵੱਲੋਂ ਫੈਲਾਈ ਅਸ਼ਾਂਤੀ ਦੀ ਲਹਿਰ ਇਹਨਾਂ ਗੁਰਸਿੱਖਾਂ ਨੇ ਪਛਾੜ ਦਿੱਤੀ। ਇਸ ਪਿੱਛੋਂ ਸੰਤੋਖਸਰ, ਹਰਿਮੰਦਰ ਸਾਹਿਬ ਆਦਿਕ ਅਸਥਾਨਾਂ ਦੀ ਉਸਾਰੀ ਆਰੰਭ ਹੋਈ। ਗੁਰੂ ਰਾਮਦਾਸ ਸਾਹਿਬ ਜੀ ਵੱਲੋਂ ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੈ ਦੇ ਮਹਾਵਾਕ ਅਨੁਸਾਰ ਖੁਦਵਾਏ ਸਰੋਵਰ ਨੂੰ ਪੱਕਿਆਂ ਕਰਨ ਦੀ ਸੇਵਾ ਵੀ ਆਰੰਭ ਹੋ ਗਈ। ਇਸ ਵਿੱਚ ਭਾਈ ਗੁਰਦਾਸ ਜੀ ਨੇ ਵੱਧ ਚੜ੍ਹ ਕੇ ਹਿੱਸਾ ਪਾਇਆ ਅਤੇ ਸਤਿਗੁਰੂ ਜੀ ਪਾਸੋਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ। 71 ਦਸਵੰਧ ਨੂੰ ਸੁਚੱਜੇ ਰੂਪ ਵਿੱਚ ਇਕੱਤਰ ਕਰਕੇ ਉਸ ਦਾ ਖਰਚ ਕੀਤਾ। ਸਾਰਾ ਪ੍ਰਬੰਧ ਸੁਚੱਜੇ ਰੂਪ ਵਿੱਚ ਉਲੀਕਣਾ ਕੀਤਾ। ਪ੍ਰਿਥੀ ਚੰਦ ਅੰਦਰ ਈਰਖਾ ਦੀ ਅੱਗ ਕੁਝ ਚਿਰ ਇਸ ਕਾਰਨ ਮੱਠੀ ਰਹੀ ਕਿ ਸਤਿਗੁਰੂ ਗੁਰੂ ਅਰਜਨ ਦੇਵ ਜੀ ਦੇ ਘਰ ਅਜੇ ਤੱਕ ਕੋਈ ਪੁੱਤਰ ਨਹੀਂ ਹੈ। ਪਰ ਜਦੋਂ ਬਾਬਾ ਬੁੱਢਾ ਜੀ ਵੱਲੋਂ ਵਰ ਪ੍ਰਾਪਤੀ ਨਾਲ ਨਗਰ ਵਡਾਲੀ ਵਿਖੇ ਮਾਤਾ ਗੰਗਾ ਜੀ ਦੇ ਗ੍ਰਹਿ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਵਤਾਰ ਹੋਇਆ, ਤਦ ਈਰਖਾ ਹੋਰ ਵੀ ਭੜਕ ਉੱਠੀ। ਪ੍ਰਿਥੀ ਚੰਦ ਨੇ ਅਨੇਕਾਂ ਹੋਰ ਮਾੜੇ ਕਰਤੱਵ ਕੀਤੇ, ਪਰ ਉਹ ਗੁਰਤਾ ਗੱਦੀ ਪ੍ਰਾਪਤ ਨਾ ਕਰ ਸਕਿਆ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਾਦਨ, ਜਿੱਥੇ ਮੀਣਿਆਂ ਨੇ ਪੰਚਮ ਗੁਰਦੇਵ ਜੀ ਦੀ ਰੀਸੇ ਸੰਗਤਾਂ ਪਾਸੋਂ ਦਸਵੰਧ ਵੀ ਇਕੱਤਰ ਕਰਨਾ ਸ਼ੁਰੂ ਕਰ ਦਿੱਤਾ ਸੀ, ਉੱਥੇ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੀ ਅਤੇ ਪਹਿਲੇ ਚੌਹਾਂ ਪਾਤਸ਼ਾਹੀਆਂ ਦੀ ਪਾਵਨ ਬਾਣੀ ਵਿੱਚ ਆਪਣੀ ਮਨਮਤ ਨਾਲ ਰਲਾ ਪਾਉਣਾ ਸ਼ੁਰੂ ਕਰ ਦਿੱਤਾ। ਸਤਿਗੁਰੂ ਜੀ ਨੇ ਮੀਣਿਆਂ ਦੀ ਇਸ ਕੁਚਾਲ ਨੂੰ ਸਮਝ ਲਿਆ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪਾਦਨ ਦਾ ਕਾਰਜ ਆਰੰਭਣਾ ਕੀਤਾ। ਪੰਚਮ ਪਾਤਸ਼ਾਹ ਜੀ ਨੇ ਆਪ ਜਾ ਕੇ ਗੋਇੰਦਵਾਲ ਸਾਹਿਬ ਤੋਂ ਸ੍ਰੀ ਮੋਹਨ ਜੀ ਪਾਸੋਂ ਪੋਥੀਆਂ ਪ੍ਰਾਪਤ ਕੀਤੀਆਂ ਅਤੇ ਇੱਕ ਪਾਲਕੀ ਮੰਗਵਾ ਕੇ ਆਦਰ ਸਤਿਕਾਰ ਨਾਲ ਪੋਥੀਆਂ ਉਸ ਵਿੱਚ ਬਿਰਾਜਮਾਨ ਕੀਤੀਆਂ। ਗੁਰਸਿੱਖਾਂ ਨੇ ਉਹ ਪਾਲਕੀ ਉਠਾਈ। ਗੁਰੂ ਜੀ ਆਪ ਪੋਥੀਆਂ ਉੱਪਰ ਚੌਰ ਕਰਦੇ ਸੰਗਤਾਂ ਸਮੇਤ ਅੰਮ੍ਰਿਤਸਰ ਸਾਹਿਬ ਪੁੱਜੇ, ਜਿੱਥੇ ਹੁਣ ਗੁਰਦੁਆਰਾ ਰਾਮਸਰ ਸਾਹਿਬ ਹੈ। ਇਸ ਅਸਥਾਨ ਤੇ ਤੰਬੂ ਲਗਵਾਇਆ ਗਿਆ। ਸ਼ਾਮਿਆਂ ਨੇ ਲਗਵਾਏ ਗਏ, ਕਨਾਤਾਂ ਤਾਣੀਆਂ ਗਈਆਂ, ਲਿਖਣ ਵਾਸਤੇ ਸਾਰੀ ਸਮੱਗਰੀ ਹਾਜ਼ਰ ਕੀਤੀ ਗਈ। ਸਾਧ ਸੰਗਤ ਦੀ ਸੇਵਾ ਸੰਭਾਲ ਧੰਨ ਬਾਬਾ ਬੁੱਢਾ ਜੀ ਨੂੰ ਸੌਂਪੀ। ਸਤਿਗੁਰੂ ਜੀ ਆਪ ਬਾਣੀ ਉਚਾਰਦੇ, ਭਾਈ ਗੁਰਦਾਸ ਜੀ ਲਿਖਦੇ। ਇਸ ਤਰ੍ਹਾਂ ਭਾਦੋਂ ਸੁਦੀ 1 ਸੰਮਤ 1661 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਸੰਪੂਰਨ ਹੋਈ।
ਸੋ ਇਸੇ ਦਿਨ ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ ਤੇ ਕੁਝ ਹੋਰ ਗੁਰਸਿੱਖਾਂ ਨੂੰ ਸਤਿਗੁਰੂ ਜੀ ਨੇ ਨਾਲ ਲਿਆ ਕੇ ਆਰਾਮਸਰ ਸਾਹਿਬ ਤੋਂ ਸਤਿਗੁਰੂ ਜੀ ਅਤੇ ਗੁਰਸਿੱਖਾਂ ਨੇ ਪਾਲਕੀ ਵਿੱਚ ਪਾਵਨ ਬੀੜ ਲਿਆ ਕੇ ਹਰਿਮੰਦਰ ਸਾਹਿਬ ਪ੍ਰਕਾਸ਼ ਕੀਤਾ। ਪਹਿਲੇ ਮੁਖੀ ਬਾਬਾ ਬੁੱਢਾ ਜੀ ਥਾਪੇ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਹੁਕਮਨਾਮਾ ਲਿਆ ਗਿਆ। ਹੁਕਮਨਾਮਾ ਆਇਆ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਸੂਹੀ ਰਾਗ ਦਾ ਇਹ ਸ਼ਬਦ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 778 ਉੱਪਰ ਦਰਜ ਹੈ। ਇਸ ਕਾਰਜ ਤੋਂ ਉਪਰੰਤ ਪੰਚਮ ਪਾਤਸ਼ਾਹ ਜੀ ਨੇ ਹਜ਼ੂਰੀ ਗੁਰਮੁਖਾਂ ਵਿੱਚੋਂ ਕੁਝ ਚੋਣਵੇਂ ਪ੍ਰਚਾਰਕ ਦੂਰ ਦੁਰਾਡੇ ਭੇਜਣ ਦੀ ਇੱਕ ਯੋਜਨਾ ਬਣਾਈ। ਇਹ ਚੋਣ ਕਰਦੇ ਸਮੇਂ ਭਾਈ ਗੁਰਦਾਸ ਜੀ ਗੁਰਸਿੱਖਾਂ ਨੂੰ ਦ੍ਰਿੜ ਕਰਵਾ ਰਹੇ ਸਨ ਕਿ ਸਿੱਖ ਨੂੰ ਦ੍ਰਿੜ ਵਿਸ਼ਵਾਸੀ ਹੋਣਾ ਚਾਹੀਦਾ ਹੈ। ਸਤਿਗੁਰੂ ਜੀ ਜੋ ਵੀ ਸਾਂਗ ਵਰਤਾਉਣ, ਪਰ ਗੁਰਸਿੱਖ ਨੂੰ ਕਿਸੇ ਵੀ ਕੀਮਤ ਤੇ ਡੋਲਣਾ ਨਹੀਂ ਚਾਹੀਦਾ। ਇਸ ਦਾ ਹਵਾਲਾ ਵਾਰਾਂ ਵਿੱਚ ਵੀ ਮਿਲਦਾ ਹੈ ਕਿ ਜੇ ਗੁਰ ਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ। ਇਹਨਾਂ ਵਾਕਾਂ ਵਿੱਚ ਚੜ੍ਹਦੀ ਕਲਾ ਵਿੱਚ ਰਹਿਣ ਦਾ ਉਤਸ਼ਾਹ ਤਾਂ ਜ਼ਰੂਰ ਸੀ, ਪਰ ਸੂਖਸ਼ਮ ਹਉਮੈ ਵੀ ਭਾਈ ਸਾਹਿਬ ਦੇ ਹਿਰਦੇ ਅੰਦਰ ਆ ਗਈ। ਸਤਿਗੁਰੂ ਨਹੀਂ ਸਨ ਚਾਹੁੰਦੇ ਕਿ ਐਨੀ ਉੱਚ ਕੋਟੀ ਦੇ ਗੁਰਮੁਖ ਪਿਆਰੇ ਹਉਮੈ ਦਾ ਸ਼ਿਕਾਰ ਹੋ ਸਕਣ। ਸੋ ਉਹਨਾਂ ਤੁਰੰਤ ਇਲਾਜ ਕਰਨਾ ਜ਼ਰੂਰੀ ਸਮਝਿਆ। ਸੱਚੇ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਜੀ ਨੂੰ ਇੱਕ ਅਨੋਖੇ ਇਮਤਿਹਾਨ ਦਾ ਪਰਚਾ ਪਾ ਦਿੱਤਾ। ਸਤਿਗੁਰੂ ਜੀ ਨੇ ਭਾਈ ਗੁਰਦਾਸ ਜੀ ਨੂੰ ਕਾਬਲ ਕੰਧਾਰ ਦੇ ਸੌਦਾਗਰਾਂ ਪਾਸੋਂ ਘੋੜੇ ਲਿਆਉਣ ਵਾਸਤੇ, ਖਰੀਦਣ ਵਾਸਤੇ ਘੱਲਿਆ। ਭਾਈ ਸਾਹਿਬ ਜੀ ਨੇ ਘੋੜੇ ਖਰੀਦ ਕੇ ਭੇਜ ਦਿੱਤੇ। ਪਿੱਛੋਂ ਜਦੋਂ ਰਕਮ ਗਿਣਨ ਕੇ ਦੇਣ ਲੱਗੇ, ਤਦ ਸਤਿਗੁਰੂ ਜੀ ਨੇ ਪਰਖਣ ਹਿਤ ਐਸਾ ਕੌਤਕ ਵਰਤਾਇਆ ਕਿ ਜਿਹੜੀ ਥੈਲੀ ਭਾਈ ਗੁਰਦਾਸ ਜੀ ਖੋਲਣ, ਉਸ ਵਿੱਚੋਂ ਮੋਹਰਾਂ ਦੀ ਥਾਂ ਠੀਕਰੀਆਂ ਭਾਸਣ। ਇਸ ਵੇਲੇ ਭਾਈ ਜੀ ਘਬਰਾ ਗਏ ਤੇ ਅਛੋਪਲੇ ਹੀ ਤੰਬੂ ਵਿੱਚੋਂ ਖਿਸਕ ਗਏ। ਪਿੱਛੋਂ ਰਕਮ ਦਾ ਭੁਗਤਾਨ ਤਾਂ ਬਾਕੀ ਗੁਰਸਿੱਖਾਂ ਨੇ ਕਰ ਦਿੱਤਾ। ਸਿਦਕ ਤੋਂ ਡੋਲ ਕੇ ਕੁਝ ਭਰਮ ਭੁਲੇਖੇ ਵਿੱਚ ਪੈ ਕੇ ਭਾਈ ਗੁਰਦਾਸ ਜੀ ਟੁਰਦੇ ਟੁਰਦੇ ਕੁਝ ਸਮੇਂ ਪਿੱਛੋਂ ਕਾਂਚੀ ਆ ਗਏ। ਗੁਰਸਿੱਖਾਂ ਨੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਪੁੱਜ ਕੇ ਸਾਰੀ ਵਾਰਤਾ ਦੱਸੀ। ਭਾਈ ਗੁਰਦਾਸ ਜੀ ਸਤਿਗੁਰੂ ਜੀ ਵੱਲੋਂ ਵਰਤਾਏ ਸਾਂਗ ਨਾਲ ਕੁਝ ਕੁ ਦੁਬਿਧਾ ਵਿੱਚ ਫਸ ਗਏ। ਸਤਿਗੁਰੂ ਜੀ ਦੇ ਪਾਵਨ ਦਰਬਾਰ ਵਿੱਚ ਪੁੱਜਣ ਦੀ ਥਾਂ ਅਲੋਪ ਹੋ ਗਏ, ਪਰ ਛੇਤੀ ਮੁੜ ਸਿਦਕ ਭਰੋਸੇ ਨੇ ਪੈਰ ਜਮਾ ਲਏ ਅਤੇ ਅੰਤਰ ਆਤਮੇ ਸਿਮਰਨ ਦੀ ਤਾਰ ਮੁੜ ਵੱਜਣ ਲੱਗੀ ਅਤੇ ਸਤਿਗੁਰੂ ਦੀ ਖੇਡ ਨੂੰ ਖੇਡ ਜਾਣ ਲਿਆ। ਸਤਿਗੁਰੂ ਜੀ ਨੇ ਮਿਹਰ ਕਰਕੇ ਮਾਮੂਲੀ ਉਪਜੇ ਭਰਮ ਜਾਲ ਵਿੱਚੋਂ ਭਾਈ ਸਾਹਿਬ ਨੂੰ ਕੱਢ ਲਿਆ। ਉਹਨਾਂ ਕਾਂਚੀ ਵਿੱਚ ਗੁਰਸਿੱਖੀ ਦਾ ਪ੍ਰਚਾਰ ਪ੍ਰਾਰੰਭ ਕਰ ਦਿੱਤਾ। ਸਤਿਗੁਰੂ ਜੀ ਨੇ ਗੁਰਸਿੱਖਾਂ ਨੂੰ ਹੁਕਮ ਕੀਤਾ ਕਿ ਭਾਈ ਜੀ ਨੂੰ ਮੁਸ਼ਕਾਂ ਬੰਨ੍ਹ ਕੇ ਲਿਆਂਦਾ ਜਾਵੇ ਜਿੱਥੇ ਵੀ ਹਨ। ਸਤਿਗੁਰੂ ਜੀ ਦਾ ਹੁਕਮ ਮੰਨ ਕੇ ਭਾਈ ਗੁਰਦਾਸ ਜੀ ਨੇ ਹੁਕਮ ਰਜ਼ਾ ਵਿੱਚ ਟੁਰਦਿਆਂ ਆਪਣੀਆਂ ਮੁਸ਼ਕਾਂ ਗੁਰਸਿੱਖਾਂ ਪਾਸੋਂ ਆਪ ਬਣਾਈਆਂ ਅਤੇ ਅਤ ਅਧੀਨਗੀ ਸਹਿਤ ਸਤਿਗੁਰੂ ਜੀ ਦੇ ਦਰਬਾਰ ਵਿੱਚ ਹਾਜ਼ਰ ਹੋਏ। ਭਾਈ ਗੁਰਦਾਸ ਜੀ ਨੇ ਸੱਚਮੁੱਚ ਆਪਣੇ ਆਪ ਨੂੰ ਗੁਰੂ ਘਰ ਦਾ ਦੋਸ਼ੀ ਸਮਝਿਆ ਅਤੇ ਹੋਈ ਭੁੱਲ ਦੀ ਸਤਿਗੁਰੂ ਜੀ ਪਾਸੋਂ ਖਿਮਾ ਜਾਚਨਾ ਕੀਤੀ, ਮੁਆਫੀ ਮੰਗਣਾ ਕੀਤੀ। ਢਹਿ ਕੇ ਸਤਿਗੁਰੂ ਦੇ ਚਰਨਾਂ ਤੇ ਬੇਨਤੀਆਂ ਕੀਤੀਆਂ ਔਰ ਆਖਿਆ ਕਿ ਕਿਰਪਾ ਕਰਕੇ ਦਾਸਰੇ ਦੀ ਭੁੱਲ ਨੂੰ ਮੁਆਫ ਕੀਤਾ ਜਾਵੇ ਅਤੇ ਪਛਤਾਵੇ ਵਜੋਂ 22ਵੀਂ ਪੌੜੀ ਵੀ ਲਿਖੀ, ਜਿਸ ਵਿੱਚ ਲਿਖਿਆ ਕਿ ਜੇ ਗੁਰ ਭਰਮਾਏ ਸਾਂਗ ਕਰ ਕਿਆ ਸਿੱਖ ਵਿਚਾਰਾ। ਜੇ ਗੁਰ ਭਰਮਾਏ ਸਾਂਗ ਕਰ ਕਿਆ ਸਿੱਖ ਵਿਚਾਰਾ। ਤੇ ਗੱਲ ਇੱਥੋਂ ਤੁਰੀ ਸੀ ਕਿ ਜੇ ਗੁਰ ਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ। ਤੇ ਜਦ ਗਲਤੀ ਦਾ ਅਹਿਸਾਸ ਹੋਇਆ ਤੇ ਫਿਰ ਉਸੇ ਕਲਮ ਨੇ ਇਹ ਲਿਖਣਾ ਕੀਤਾ ਕਿ ਜੇ ਗੁਰ ਭਰਮਾਏ ਸਾਂਗ ਕਰ ਕਿਆ ਸਿੱਖ ਵਿਚਾਰਾ। ਅਤੇ ਇਸ ਤੋਂ ਇਲਾਵਾ ਸਤਿਗੁਰੂ ਦੇ ਚਰਨਾਂ ਵਿੱਚੋਂ ਖਿਮਾ ਜਾਚਨਾ ਵਾਸਤੇ ਹਉ ਅਪਰਾਧੀ ਗੁਨਹਗਾਰ, ਹਉ ਬੇਮੁਖ ਮੰਦਾ, ਚੋਰ ਯਾਰ ਜੂਆਰ ਹਉ ਪਰ ਕਰ ਜੋ ਹੰਦਾ, ਨਿੰਦਕ ਦੁਸ਼ਟ ਹਰਾਮਖੋਰ ਠੱਗ ਦੇਸ਼ ਠਗੰਦਾ, ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ, ਵਿਸ਼ਵਾਸ ਘਾਤੀ ਅਕ੍ਰਿਤ ਘਣ ਮੈਂ ਕੋ ਨਾ ਰਖੰਦਾ, ਸਿਮਰ ਮੁਰੀਦਾ ਢਾਡੀਆ ਸਤਿਗੁਰ ਬਖਸ਼ੰਦਾ। ਇਸ ਤਰ੍ਹਾਂ ਸਤਿਗੁਰ ਦੇ ਚਰਨਾਂ ਵਿੱਚ ਜੋਦੜੀਆਂ ਕੀਤੀਆਂ ਕਿ ਤੋਸੋ ਨਾ ਨਾਥ ਅਨਾਥ ਨਾ ਮੋਸਰ, ਤੋਸੋ ਨਾ ਦਾਨੀ ਨਾ ਮੋਸੋ ਭਿਖਾਰੀ। ਚਰਨਾਂ ਤੋਂ ਉਠਾ ਕੇ ਸਤਿਗੁਰੂ ਜੀ ਨੇ ਭਾਈ ਗੁਰਦਾਸ ਜੀ ਨੂੰ ਜੱਫੀ ਵਿੱਚ ਲਿਆ। ਸਭ ਭੁੱਲਾਂ ਬਖਸ਼ਿਸ਼ ਕਰਕੇ ਬਖਸ਼ ਦਿੱਤੀਆਂ। ਭਾਈ ਗੁਰਦਾਸ ਜੀ ਗੁਰਮਤਿ ਦੇ ਮਾਰਗ ਤੇ ਪਹਿਲਾਂ ਨਾਲੋਂ ਵੀ ਵਧੇਰੇ ਸਾਵਧਾਨੀ ਨਾਲ ਟੁਰੇ ਅਤੇ ਗੁਰਮਤਿ ਪ੍ਰਚਾਰ ਦੀ ਲਹਿਰ ਨੂੰ ਹੋਰ ਪ੍ਰਚੰਡ ਕੀਤਾ। ਭਾਈ ਸਾਹਿਬ ਜੀ ਨੂੰ ਸਤਿਗੁਰੂ ਜੀ ਨੇ ਗੁਰਮਤਿ ਦੇ ਪ੍ਰਚਾਰ ਵਾਸਤੇ ਬੰਗਾਲ, ਬਿਹਾਰ, ਆਗਰਾ, ਅਵਧ, ਕਾਂਚੀ ਅਤੇ ਹੋਰ ਅਨੇਕਾਂ ਇਲਾਕਿਆਂ ਵਿੱਚ ਭੇਜਿਆ। ਆਪ ਜੀ ਨੇ ਸੰਗਤਾਂ ਨੂੰ ਨਾਮਦਾਨ ਦ੍ਰਿੜ ਕਰਵਾਇਆ। ਸਾਰੇ ਪੂਰਬੀ ਭਾਰਤ ਵਿੱਚ ਭਾਈ ਗੁਰਦਾਸ ਜੀ ਕਾਫੀ ਸਮਾਂ ਠਹਿਰੇ ਅਤੇ ਅਨੇਕਾਂ ਧਰਮਸ਼ਾਲਾਵਾਂ ਕਾਇਮ ਕੀਤੀਆਂ। ਆਪ ਜੀ ਉੱਚ ਕੋਟੀ ਦੇ ਵਿਦਵਾਨ ਸਨ। ਗੁਰਬਾਣੀ ਅਨੁਸਾਰ ਆਪ ਦਾ ਜੀਵਨ ਢਲ ਚੁੱਕਾ ਸੀ। ਸਤਿਗੁਰੂ ਜੀ ਦੀ ਮਿਹਰ ਨਾਲ ਆਪ ਜੀ ਨੇ ਸਰਲ ਪੰਜਾਬੀ ਵਿੱਚ ਗੁਰਮਤਿ ਵਿਚਾਰਧਾਰਾ ਨੂੰ ਵਾਰਾਂ ਅਤੇ ਕਵਿਤ ਸਵਈਆਂ ਦੇ ਰੂਪ ਵਿੱਚ ਲਿਖਣਾ ਕੀਤਾ। ਸਤਿਗੁਰੂ ਜੀ ਨੇ ਅਨੇਕਾਂ ਵਰ ਦਿੱਤੇ, ਇਨਾਮ ਬਖਸ਼ੇ ਅਤੇ ਸਤਿਗੁਰੂ ਜੀ ਨੇ ਭਾਈ ਸਾਹਿਬ ਦੀ ਰਚਨਾ ਨੂੰ ਪਰਮਾਣੀਕ ਮੰਨ ਕੇ ਪੜ੍ਹਨ ਦੀ ਆਗਿਆ ਸਾਧ ਸੰਗਤ ਨੂੰ ਦਿੱਤੀ।
ਹੁਣ ਅੱਜ ਵੀ ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ ਕੀਰਤਨ ਗੁਰੂ ਕੀ ਸੰਗਤ ਵਿੱਚ, ਗੁਰੂ ਕੇ ਦਰਬਾਰ ਵਿੱਚ ਹੁੰਦਾ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਰਚਨਾ ਦਾ ਕੀਰਤਨ ਅਤੇ ਵਿਚਾਰ ਗੁਰੂ ਘਰਾਂ ਵਿੱਚ ਹੁੰਦਾ ਹੈ, ਉੱਥੇ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਪ੍ਰਮਾਣਿਕ ਮੰਨ ਕੇ ਸਤਿਗੁਰੂ ਜੀ ਵੱਲੋਂ ਬਖਸ਼ੀ ਹੋਈ ਆਗਿਆ ਸਹਿਤ ਆਗਿਆ ਦੇ ਕਾਰਨ ਭਾਈ ਗੁਰਦਾਸ ਜੀ ਦੀਆਂ ਵਾਰਾਂ ਤੇ ਕਵਿਤ ਸਵਈਆਂ ਦਾ ਕੀਰਤਨ ਅਤੇ ਵਿਚਾਰਾਂ ਗੁਰੂ ਕੇ ਦਰਬਾਰ ਅੱਜ ਵੀ ਹੁੰਦੀਆਂ ਹਨ। ਅਤੇ ਸਤਿਗੁਰੂ ਜੀ ਨੇ ਭਾਈ ਸਾਹਿਬ ਦੀ ਰਚਨਾ ਨੂੰ ਗੁਰਬਾਣੀ ਦੀ ਕੁੰਜੀ ਹੋਣ ਦਾ ਵਰ ਦਿੱਤਾ। ਪੰਚਮ ਪਾਤਸ਼ਾਹ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਗੁਰਤਾ ਗੱਦੀ ਦੀ ਦਾਤ ਬਖਸ਼ੀ। ਭਾਈ ਗੁਰਦਾਸ ਜੀ ਨੂੰ ਜ਼ਿੰਮੇਵਾਰੀ ਸੌਂਪੀ ਕਿ ਪਹਿਲਾਂ ਵਾਂਗ ਸਾਰੇ ਕਾਰਜ ਆਪ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੀ ਹਜ਼ੂਰੀ ਵਿੱਚ ਰਹਿ ਕੇ ਕਰਨੇ ਹਨ। ਪੰਚਮ ਪਾਤਸ਼ਾਹ ਜੀ ਲਾਹੌਰ ਵਿਖੇ ਜੋਤੀ ਜੋਤ ਸਮਾ ਗਏ। ਭਾਈ ਸਾਹਿਬ ਦਾ ਮਨ ਪੰਚਮ ਪਾਤਸ਼ਾਹ ਜੀ ਦੇ ਵਿਛੋੜੇ ਨਾਲ ਕੁਰਲਾ ਉੱਠਿਆ, ਪਰ ਹੁਕਮ ਮੰਨ ਕੇ ਸੇਵਾ ਦੀ ਜ਼ਿੰਮੇਵਾਰੀ ਨਿਭਾਉਂਦੇ ਰਹੇ। ਭਾਈ ਗੁਰਦਾਸ ਜੀ ਨੇ ਛਟਮ ਪੀਰ ਬੈਠਾ ਗੁਰ ਭਾਰੀ ਦੇ ਵਾਕ ਅਨੁਸਾਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਸ਼ੇ ਨੂੰ ਵੀ ਸੰਗਤਾਂ ਵਿੱਚ ਚੰਗੀ ਤਰ੍ਹਾਂ ਪ੍ਰਚਾਰਿਆ। ਯੁੱਧ ਜੰਗ ਦੀ ਤਿਆਰੀ ਦੇ ਸਭ ਉਪਰਾਲੇ ਵੀ ਭਾਈ ਸਾਹਿਬ ਜੀ ਦੀ ਦੇਖ-ਰੇਖ ਵਿੱਚ ਹੋਏ। ਛੇਵੇਂ ਪਾਤਸ਼ਾਹ ਜੀ ਨੂੰ ਗਵਾਲੀਅਰ ਵਿਖੇ ਜਹਾਂਗੀਰ ਵੱਲੋਂ ਕੈਦ ਕਰ ਲੈਣ ਉਪਰੰਤ ਗੁਰੂ ਘਰ ਦੀ ਸੇਵਾ ਸੰਭਾਲ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੂੰ ਹੀ ਗੁਰੂ ਸਾਹਿਬ ਵੱਲੋਂ ਸੌਂਪੀ ਗਈ। ਇਥੋਂ ਤੱਕ ਕਿ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਕੀਤੀ, ਤਦ ਕਿਸੀ ਰਾਜ ਨਾ ਹੱਥ ਲਗਾਇਓ, ਬੁੱਢਾ ਹੋ ਗੁਰਦਾਸ ਬਣਾਇਓ। ਉਸ ਤਖਤ ਦੀ ਤਿਆਰੀ ਵੀ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਦੋਵਾਂ ਬ੍ਰਹਮ ਗਿਆਨੀ ਗੁਰਸਿੱਖਾਂ ਨੇ ਕੀਤੀ। ਸਭ ਪ੍ਰਕਾਰ ਦੇ ਪ੍ਰਬੰਧ ਅਤੇ ਮਾਮਲਿਆਂ ਦਾ ਬੰਦੋਬਸਤ ਆਪ ਜੀ ਅਤ ਸਿਆਣਪ ਨਾਲ ਕਰਿਆ ਕਰਦੇ। ਬਾਬਾ ਬੁੱਢਾ ਜੀ 14 ਮੱਘਰ 1684 ਨੂੰ ਜੋਤੀ ਜੋਤ ਸਮਾ ਗਏ। ਉਸ ਤੋਂ ਬਾਅਦ ਗੁਰੂ ਘਰ ਦੇ ਪ੍ਰਬੰਧ ਦੀ ਸਾਰੀ ਜ਼ਿੰਮੇਵਾਰੀ ਭਾਈ ਗੁਰਦਾਸ ਜੀ ਹੀ ਨਿਭਾਉਂਦੇ ਰਹੇ। ਅੰਤ ਸਮੇਂ ਭਾਈ ਗੁਰਦਾਸ ਜੀ ਗੋਇੰਦਵਾਲ ਸਾਹਿਬ ਵਿਖੇ ਜਾ ਟਿਕੇ, ਭਜਨ ਬੰਦਗੀ ਵਿੱਚ ਅਖੀਰਲਾ ਸਮਾਂ ਗੁਜ਼ਾਰਿਆ। ਇੱਥੇ ਹੀ 1694 ਬਿਕਰਮੀ 1637 ਈਸਵੀ ਨੂੰ ਭਾਈ ਸਾਹਿਬ ਜੀ ਨੇ ਪੰਜ ਭੂਤਕ ਸਰੀਰ ਤਿਆਗ ਕੇ ਗੁਰਪੁਰੀ ਪਿਆਨਾ ਕੀਤਾ। ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਆਪਣੇ ਹੱਥੀਂ ਭਾਈ ਗੁਰਦਾਸ ਜੀ ਦਾ ਅੰਤਮ ਸੰਸਕਾਰ ਆਪ ਕੀਤਾ। ਭਾਈ ਸਾਹਿਬ ਜੀ ਦੀ ਯਾਦ ਵਿੱਚ ਗੋਇੰਦਵਾਲ ਸਾਹਿਬ ਵਿਖੇ ਅੱਜ ਵੀ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਸਾਧ ਸੰਗਤ ਜੀ, ਸਾਨੂੰ ਵੀ ਭਾਈ ਗੁਰਦਾਸ ਜੀ ਦੇ ਪਾਵਨ ਜੀਵਨ ਤੋਂ ਪ੍ਰੇਰਨਾ ਲੈ ਕੇ ਗੁਰਸਿੱਖੀ ਧਾਰਨ ਕਰਨੀ ਚਾਹੀਦੀ ਹੈ ਅਤੇ ਨਾਮ ਸਿਮਰਨ ਦੀ ਦਾਤ ਸਤਿਗੁਰੂ ਜੀ ਪਾਸੋਂ ਪ੍ਰਾਪਤ ਕਰਕੇ ਗੁਰਮੁਖ ਬਣ ਕੇ ਜਨਮ ਸਫਲਾ ਕਰਨਾ ਚਾਹੀਦਾ ਹੈ।